ਧੰਨ ਵਾਹਿਗੁਰੂ ਜੀਓ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਾਮੋ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕੀਰੇ ਕੰਮ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਾਮੋ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕੀਰੇ ਕੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਅਦਬ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਆਪਾਂ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਰਾਹੀਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ ਯਤਨ ਕਰ ਰਹੇ ਹਾਂ। ਪਿਛਲੇ ਦੀਵਾਨਾਂ ਤੱਕ ਆਪਾਂ ਕੁੱਲ 37 ਕੁ ਸ਼ਲੋਕ ਜਿਹੜੇ ਹਨ ਉਹ ਲੜੀਵਾਰ ਵਿਚਾਰੇ ਹਨ। 38 ਨੰਬਰ ਸ਼ਲੋਕ ਦਾ ਆਪ ਜੀ ਨੇ ਹੁਣੇ ਹੀ ਪਾਠ ਸਰਵਣ ਕੀਤਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਦੇ ਕੱਲ੍ਹ ਵਾਲੇ ਵਿਚਾਰੇ ਗਏ ਸ਼ਲੋਕਾਂ ਵਿੱਚ ਇੱਕ ਪ੍ਰਮੁੱਖ ਨੁਕਤਾ ਸੀ। ਪਰਮੇਸ਼ਰ ਤੋਂ ਵਿਛੜ ਕੇ ਸਾਡੇ ਜੀਵਨ ਵਿੱਚ ਚਿੰਤਾਵਾਂ ਦੀਆਂ ਇਹ ਰੋਗ ਜਿਹੜੇ ਹਨ ਚਿੰਤਾਵਾਂ ਦੇ ਪੈਦਾ ਹੁੰਦੇ ਹਨ, ਜਿਹਦੇ ਵਿੱਚੋਂ ਅਸੀਂ ਦੁੱਖ ਪਾਉਂਦੇ ਹਾਂ। ਇਹਨਾਂ ਵਿੱਚ ਰਹਿਣਾ, ਵਿਛੋੜੇ ਵਿੱਚ, ਚਿੰਤਾ ਵਿੱਚ, ਦੁੱਖ ਵਿੱਚ ਅਸੀਂ ਇੰਨਾ ਕੁ ਗਿੱਝ ਗਏ ਹਾਂ ਕਿ ਤਕਲੀਫ ਤੇ ਸਾਨੂੰ ਹੁੰਦੀ ਹੈ, ਪਰ ਅਸੀਂ ਇਹਦੇ ਚੋਂ ਨਿਕਲਣ ਦਾ ਯਤਨ ਨਹੀਂ ਕਰਦੇ। ਮਨੁੱਖ ਦੀ ਮਾਨਸਿਕਤਾ ਬਣ ਜਾਂਦੀ ਹੈ ਜਿਵੇਂ ਕਿਸੇ ਨੂੰ ਕੋਈ ਮਾੜੀ ਆਦਤ ਐਸੀ ਲੱਤ ਲੱਗ ਜਾਏ, ਜਿਸ ਨੂੰ ਆਪਾਂ ਕਹਿੰਦੇ ਲੱਤ ਲੱਗ ਜਾਣੀ, ਚਸਕਾ ਪੈ ਜਾਣਾ। ਉਹ ਚਸਕੇ ਦੀ ਵਜ੍ਹਾ ਕਰਕੇ ਮਨੁੱਖ ਖੁਆਰ ਵੀ ਹੁੰਦਾ ਹੈ, ਦੁਖੀ ਵੀ ਹੁੰਦਾ ਹੈ, ਤਕਲੀਫ ਵੀ ਭੋਗਦਾ ਹੈ, ਪਰ ਉਹਨੂੰ ਛੱਡਦਾ ਨਹੀਂ, ਕਿਉਂਕਿ ਸੁਭਾਅ ਦੇ ਵਿੱਚ ਉਹ ਗੱਲ ਪੱਕ ਜਾਂਦੀ, ਉਹ ਛੱਡੀ ਨਹੀਂ ਜਾ ਰਹੀ। ਦੁੱਖ ਤੇ ਹੁੰਦਾ ਹੈ। ਬੰਦਾ ਖੁਦ ਵੀ ਕਈ ਵਾਰ ਕਹਿੰਦਾ ਵੀ ਇਹ ਮੇਰੇ ਆਦਤ ਮਗਰੋਂ ਲੈ ਜਾਏ ਤੇ ਮੈਂ ਸੌਖਾ ਹੋ ਜਾਵਾਂ, ਪਰ ਲੈਂਦੀ ਨਹੀਂ, ਕਿਉਂਕਿ ਸੁਭਾਅ ਦਾ ਹਿੱਸਾ ਹੈ ਤੇ ਬੰਦਾ ਛੱਡਣ ਲਈ ਕੋਈ ਚਾਰਾ ਜੋਈ ਮਿਹਨਤ ਕਰਦਾ ਨਹੀਂ। ਇਸ ਕਰਕੇ ਉਹ ਦੁੱਖ ਸਹਿਣ ਦਾ ਇੱਕ ਸੁਭਾਅ ਬਣ ਜਾਂਦਾ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਫਿਰ ਬੜੀ ਬਾਕਮਾਲ ਉਦਾਹਰਨ ਬਾਬਾ ਸ਼ੇਖ ਫਰੀਦ ਸਾਹਿਬ ਨੇ ਬਖਸ਼ੀ। ਕਹਿਣ ਲੱਗੇ ਜਿਵੇਂ ਕੂਲੀਆਂ ਕਰੁੰਬਲੀਆਂ ਹੁੰਦੀਆਂ ਨਾ, ਜਿਹਨੂੰ ਆਪਾਂ ਗੰਦਲ ਕਹਿ ਦਿੰਦੇ ਹਾਂ, ਉਹ ਕੂਲੀ ਗੰਦਲ ਜਿਹੜੀ ਅੰਦਰੋਂ ਜ਼ਹਿਰੀਲੀ ਹੋਵੇ ਕੂਲੀ ਕੋਮਲ, ਹੁਣ ਉਹ ਗੰਦਲ ਜਿਹੜੀ ਹੈ ਕੋਈ ਖਾ ਲਵੇ ਜਾਂ ਉਸ ਗੰਦਲ ਦਾ ਪ੍ਰਯੋਗ ਕਰ ਲਵੇ, ਕੂਲੀ ਸਮਝ ਕੇ ਵਿਚਲੇ ਜ਼ਹਿਰ ਨੂੰ ਸਮਝੇ ਹੀ ਨਾ, ਤੇ ਖੰਡ ਵਿੱਚ ਲਪੇਟ ਕੇ ਜਾਂ ਮਿੱਠੇ ਦੇ ਰਾਹੀਂ ਉਹ ਗੰਦਲ ਕੌੜੀ ਜਿਹੜੀ ਹੈ ਕਿਸੇ ਨੂੰ ਖਵਾ ਦਿੱਤੀ ਜਾਏ, ਉਹ ਬਾਹਰ ਦਾ ਮਿੱਠਾ ਉਹਨਾਂ ਫਾਇਦਾ ਨਹੀਂ ਕਰੇਗਾ। ਉਸ ਗੰਦਲ ਦੀ ਕੋਮਲਤਾ ਉਹਨਾਂ ਲਾਭ ਨਹੀਂ ਪਹੁੰਚਾਏਗੀ ਜਿੰਨਾ ਉਹਦੇ ਵਿਚਲਾ ਜ਼ਹਿਰ ਮਨੁੱਖ ਦਾ ਨੁਕਸਾਨ ਕਰਦਾ ਹੈਗਾ। ਸੰਸਾਰ ਦੇ ਜਿਹੜੇ ਔਗਣ ਨੇ ਨਾ, ਉਹ ਸਾਨੂੰ ਚੰਗੇ ਲੱਗਦੇ ਨੇ, ਪਹਿਲੀ ਨਜ਼ਰੇ ਚੰਗੇ ਲੱਗਦੇ ਨੇ, ਤਾਂ ਹੀ ਉਸ ਪਾਸੇ ਆਪਾਂ ਖਿੱਚੇ ਤੁਰੇ ਜਾਂਦੇ ਹਾਂ।
ਐਬ ਵਿੱਚੋਂ ਸਾਨੂੰ ਇੱਕ ਟੇਸਟ ਆਉਂਦਾ, ਸਾਨੂੰ ਲੱਗਦਾ ਕਿੰਨਾ ਚੰਗਾ ਰਾਹ ਹੈ, ਆਨੰਦ ਹੈ, ਸੁੱਖ ਹੈ, ਮੌਜ ਹੈ, ਐਸ਼ ਹੈ। ਉਹ ਹੁਣ ਸਵਾਦ ਜਿਹੜਾ ਉਹਦਾ ਪਹਿਲੋਂ ਆਉਣਾ ਹੈ ਉਹ ਵਧੀਆ ਹੈ, ਪਰ ਉਹਦਾ ਜਿਹੜਾ ਰਿਜ਼ਲਟ ਨਿਕਲਣਾ ਉਹ ਜ਼ਹਿਰ ਵਾਲਾ ਨਿਕਲਣਾ। ਇਸ ਵਾਸਤੇ ਉਸ ਨੂੰ ਕਿਹਾ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹਿੰਦੇ ਰਹਿ ਗਏ ਕਰਾਦੀ ਗਏ ਉਜਾੜ। ਤੇ ਐਸੀ ਜ਼ਹਿਰੀਲੀ ਫਸਲ ਪੈਦਾ ਕਰਦੇ ਹਾਂ ਤੇ ਜ਼ਹਿਰੀਲੀ ਫਸਲ ਦਾ ਪ੍ਰਯੋਗ ਕਰਦੇ ਹਾਂ, ਭਾਵ ਜ਼ਹਿਰ ਇਕੱਠਾ ਕਰਦੇ ਹਾਂ, ਜੋ ਵੇਖਣ ਨੂੰ ਸੋਹਣਾ ਲੱਗਦਾ ਹੈ, ਖਾਣ ਨੂੰ ਮਿੱਠਾ ਲੱਗਦਾ ਹੈ ਤੇ ਰਿਐਕਸ਼ਨ ਰਿਜ਼ਲਟ ਕੌੜਾ ਕੱਢਦਾ ਹੈ। ਐਸੇ ਅਸੀਂ ਕਰਮ ਜਿਹੜੇ ਹਨ ਉਹ ਕਰਦੇ ਹਾਂ। ਕੀ ਕੁਝ ਕਰਦੇ ਹਾਂ? ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ, ਚਾਰ ਗਵਾਇਆ ਹੰਡ ਕੈ। ਚਾਰ ਪਹਿਰ ਜਿਹੜੇ ਹਨ ਦਿਨ ਦੇ, ਸਮੇਂ ਦੇ, ਉਹ ਅਸੀਂ ਦੌੜ ਭੱਜ, ਜ਼ਿੰਮੇਵਾਰੀਆਂ, ਫਰਜ਼, ਰੁਜ਼ਗਾਰ, ਕੰਮਕਾਰ, ਕਿਰਤਕਾਰ ਕਰਦਿਆਂ ਗਵਾ ਲੈਂਦੇ, ਨਿਕਲ ਜਾਂਦੇ ਨੇ ਸਾਡੇ। ਚਾਰ ਗਵਾਇਆ ਸਮ, ਚਾਰ ਕੁ ਪਹਿਰ ਅਸੀਂ ਸੌਂ ਕੇ ਆਰਾਮ ਕਰਕੇ ਤਨ ਲਈ ਆਪਣੀਆਂ ਹੋਰ ਲੋੜਾਂ ਦੀ ਪੂਰਤੀ ਵਾਸਤੇ ਕੱਢ ਲੈਂਦੇ ਹਾਂ। ਕਹਿੰਦੇ ਨੇ ਇਸ ਤਰ੍ਹਾਂ ਅੱਠੇ ਪਹਿਰ ਸਾਡਾ ਲਗਾਤਾਰ ਇੱਕ ਰੂਟੀਨ ਬਣਿਆ ਰਹਿੰਦਾ ਹੈ ਜ਼ਿੰਦਗੀ ਦਾ। ਰੂਟੀਨ ਮਾੜੀ ਗੱਲ ਨਹੀਂ, ਪਰ ਇੱਥੇ ਬਾਬਾ ਸ਼ੇਖ ਫਰੀਦ ਸਾਹਿਬ ਦਾ ਭਾਵ ਪਹਿਲੇ ਸ਼ਲੋਕ ਨਾਲ ਰਲਦਾ ਹੈ। ਮਨੁੱਖ ਆਪਣੀ ਕਿਰਤ ਕਰੇ, ਮਾੜੀ ਗੱਲ ਥੋੜ੍ਹਾ ਹੈ। ਮਨੁੱਖ ਆਪਣੇ ਅੱਠੇ ਪੈਰ ਕਿਰਤ ਵੀ ਕਰੇ, ਜ਼ਿੰਮੇਵਾਰੀਆਂ ਵੀ ਨਿਭਾਵੇ, ਫਰਜ਼ ਵੀ ਪੂਰੇ ਕਰੇ, ਸਰੀਰ ਨੂੰ ਆਰਾਮ ਵੀ ਦੇਵੇ, ਜੋ ਹੋਰ ਸਰੀਰ ਦੀਆਂ ਜ਼ਰੂਰਤਾਂ ਉਹ ਪੂਰੀਆਂ ਕਰੇ। ਇਸ ਗੱਲ ਤੋਂ ਬਾਬਾ ਸ਼ੇਖ ਫਰੀਦ ਸਾਹਿਬ ਇਨਕਾਰੀ ਨਹੀਂ ਹਨ, ਪਰ ਉਹਨਾਂ ਦਾ ਇਹ ਗੱਲ ਕਹਿਣ ਦੇ ਪਿੱਛੇ ਭਾਵ ਪਿਛਲੇ ਸ਼ਲੋਕ ਵਾਲਾ ਹੈ, ਜਿਹਦਾ ਮੈਂ ਹੁਣੇ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਕਿ ਉਹ ਦੌੜ ਭੱਜ ਕਰਦਾ ਸਾਰੀ ਦੀ ਸਾਰੀ, ਪਰ ਉਸ ਦੌੜ ਭੱਜ ਦੇ ਵਿੱਚੋਂ ਵੀ ਉਹਨੂੰ ਸੰਤੁਸ਼ਟੀ ਜੇ ਨਹੀਂ ਮਿਲ ਰਹੀ ਤੇ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਜ਼ਿੰਦਗੀ 'ਚ ਕੀ ਕਰ ਰਿਹਾ। ਜੇ ਉਹ ਅਜੇ ਵੀ ਮਾਨਸਿਕ ਤਣਾਅ ਵਿੱਚ ਹੈ, ਮਾਨਸਿਕ ਉਲਝਣਾ ਵਿੱਚ ਹੈ, ਉਹ ਅੰਦਰੋਂ ਪਰੇਸ਼ਾਨ ਤੇ ਦੁਖੀ ਹੈ, ਤੇ ਇਹਦਾ ਮਤਲਬ ਹੈ ਵੀ ਉਹਦੀ ਦੌੜ ਭੱਜ ਤੇ ਉਹਦਾ ਸਰੀਰਕ ਚਾਰ ਪਹਿਰ ਦਾ, ਰਾਤ ਦਾ ਆਰਾਮ ਵੀ ਉਹਦੇ ਜੀਵਨ ਨੂੰ ਕੱਖ ਨਹੀਂ ਦੇ ਰਿਹਾ। ਉਹਨੂੰ ਜ਼ਰੂਰ ਆਪਣੇ ਮਨ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਜੇ ਪਰਮੇਸ਼ਰ ਤੇਰਾ ਲੇਖਾ ਮੰਗੇ, ਤੇਰੇ ਲੇਖਾ ਜੋਖਾ ਭਾਵ ਇਹ ਹੈ ਕਿ ਤੇਰੇ ਸਮੇਂ ਦਾ ਹਿਸਾਬ ਮੰਗੇ ਵੀ ਤੂੰ ਕੀ ਕੀਤਾ। ਇੰਨਾ ਸਮਾਂ ਤੇਰੇ ਕੋਲ ਸੀ, ਤੂੰ ਉਹਦੇ 'ਚ ਦੌੜ ਭੱਜ ਵੀ ਕੀਤੀ, ਸਰੀਰ ਲਈ ਆਰਾਮ ਵੀ, ਸਾਰਾ ਕੁਝ ਤੂੰ ਕੀਤਾ, ਆਪਣੀ ਜਿਹੜੇ ਸਮੇਂ ਦੀ ਰੂਟੀਨ ਹੈ ਉਹਦੇ ਵਿੱਚ ਤੂੰ ਵਿਚਰਦਾ ਰਿਹਾ ਹੈ, ਤੂੰ ਉਹਦਾ ਰਿਜ਼ਲਟ ਕੀ ਕੱਢਿਆ? ਜੀਵਨ ਦਾ ਰਿਜ਼ਲਟ ਕੀ ਹੈ? ਤੇ ਜੋ ਸਾਡੇ ਜੀਵਨ ਦੇ ਵਿਹਾਰ ਚੋਂ ਜਾਂ ਜੋ ਅਸੀਂ ਮਨ 'ਚ ਇਕੱਠਾ ਕੀਤਾ ਹੈ, ਹੁਣ ਆਪਾਂ ਕਦੇ ਆਪ ਵਿਚਾਰ ਕੇ ਵੇਖੀਏ, ਸਾਨੂੰ ਕੋਈ ਲੇਖਾ ਮੰਗੇ, ਮੰਨ ਲਓ ਘਰ ਤੋਂ ਜਾਈਦਾ, ਅਸੀਂ ਚਾਰ ਪੈਸੇ ਘਰਦਿਆਂ ਦੁਕਾਨ ਤੇ ਦੇਣੇ ਵੀ ਆ ਸਮਾਨ ਲੈ ਕੇ ਆਓ, ਤੇ ਫਿਰ ਉਹਨਾਂ ਹਿਸਾਬ ਵੀ ਪੁੱਛਣਾ ਆਉਂਦੇ ਆ। ਇਹ ਚੰਗੀ ਆਦਤ ਸੀ, ਇਹ ਨਹੀਂ ਵੀ ਉਹਨਾਂ ਨੂੰ ਡਾਊਟ ਸੀ। ਇਸ ਕਰਕੇ ਵੀ ਬੱਚੇ ਨੂੰ ਆਦਤ ਚੰਗੀ ਪਵੇ, ਫਜ਼ੂਲ ਖਰਚੀ ਨਾ ਕਰੇ ਤੇ ਇਮਾਨਦਾਰੀ ਰੱਖੇ। ਇਹ ਨਹੀਂ ਵੀ ਪੈਸੇ ਲਕੋ ਲੈ ਤੇ ਆ ਕੇ ਰੇਟ ਵੱਧ ਦੱਸ ਦਿੱਤਾ, ਫਿਰ ਦੱਸਣਾ ਕੱਲੀ ਕੱਲੀ ਚੀਜ਼ ਵੀ ਆ ਇੰਨੇ ਦੀ ਆਈ, ਇੰਨੇ ਦੀ ਆਈ, ਪੈਸੇ ਪੂਰੇ ਹੋ ਗਏ। ਤੇ ਜੇ ਕਿਤੇ ਥੋੜਾ ਜਿਹਾ ਫਰਕ ਪੈਣਾ ਤੇ ਉਹਨਾਂ ਪੁੱਛਣਾ 2 ਰੁਪਈਏ ਕਿੱਥੇ ਨੇ, ਬਾਕੀ 1.5 ਰੁਪਈਆ ਕਿੱਥੇ ਰੱਖਿਆ। ਕੁਝ ਖਾਣ ਵਾਲੀ ਚੀਜ਼ ਲੈਣ ਤੇ ਪਾਬੰਦੀ ਨਹੀਂ, ਪਰ ਇਸ ਗੱਲ ਦੇ ਉੱਤੇ ਸਖਤ ਪਾਬੰਦੀ ਹੈ ਵੀ ਤੁਸੀਂ 1.5-2 ਰੁਪਏ ਦੀ ਬੇਈਮਾਨੀ ਵਿੱਚੋਂ ਕਰਕੇ ਤੇ ਝੂਠ ਬੋਲੋ ਵੀ ਆ ਇਸ ਚੀਜ਼ ਦਾ ਤੇ ਰੇਟ ਵੱਧ ਗਿਆ, ਕਿਉਂਕਿ ਰੋਜ਼ ਸੌਦਾ ਲੈਣ ਜਾਂਦੇ ਸਨ, ਉਹਨਾਂ ਨੂੰ ਪਤਾ ਹੈ ਤੂੰ ਜੇ 10 ਰੁਪਏ ਦਿੱਤੇ ਨੇ, 20 ਰੁਪਏ ਦਿੱਤੇ ਨੇ, ਤਾਂ ਉਹਦਾ ਹਿਸਾਬ ਕਿਤਾਬ ਪੂਰਾ, ਲੇਖਾ ਉਹਨੂੰ ਕਹਿੰਦੇ ਨੇ, ਹਿਸਾਬ ਲੈਣਾ। ਫਿਰ ਉਹ ਜਿੰਨਾ ਜੋ ਹਿਸਾਬ ਪੂਰਾ ਹੋ ਗਿਆ ਤੇ ਰਿਜ਼ਲਟ ਨਿਕਲ ਆਇਆ ਵੀ ਆਹ ਵੇਖੋ ਤੁਸੀਂ 20 ਰੁਪਏ ਦਿੱਤੇ ਸੀ, ਆਹ 20 ਦਾ ਆਹ ਸਾਰਾ ਕੁਝ ਸਮਾਨ ਹੈ। ਉਹ 20 ਖਰਚੇ ਉਹਦੇ ਇਵਜ਼ ਵਿੱਚ ਕੁਝ ਲਿਆਂਦਾ। ਤੇ ਜੇ ਉਹ ਪੈਸੇ ਗਵਾ ਕੇ ਕੋਈ ਆ ਜਾਏ, 10 ਰੁਪਏ ਮਿਲੇ ਨੇ ਗਵਾ ਆਵੇ, ਜਾਂ ਆਪਣੀ ਫਜ਼ੂਲ ਖਰਚੀ ਕਰ ਆਵੇ, ਜ਼ਰੂਰਤ ਵਾਲੀ ਚੀਜ਼ ਹੀ ਨਾ ਲੈ ਕੇ ਆਵੇ, ਤੇ ਉਹ ਤਾਂ ਝਿੜਕਾਂ ਹੀ ਖਾਏਗਾ ਨਾ, ਉਹ ਦੋਸ਼ੀ ਪਾਇਆ ਜਾਏਗਾ ਨਾ। ਹੁਣ ਬੰਦੇ ਨੇ 4 ਪੈਰ ਦੌੜ ਭੱਜ ਵਿੱਚ ਕੱਢੇ, 4 ਪੈਰ ਉਹਨੇ ਆਪਣੀ ਰੂਟੀਨ ਜਿਹੜੀ ਹੈ ਜ਼ਿੰਦਗੀ, ਦਿਨ ਇਸ ਤਰ੍ਹਾਂ ਕੱਢਿਆ, ਰਾਤ ਇਸ ਤਰ੍ਹਾਂ ਕੱਢੀ। ਹੁਣ ਜੇ ਬੰਦੇ ਨੂੰ ਪੁੱਛਿਆ ਜਾਏ ਤੇਰੀ ਜ਼ਿੰਦਗੀ ਦਾ ਰਿਜ਼ਲਟ ਕੀ ਹੈ, ਕੀ ਰਿਜ਼ਲਟ ਹੈ, ਤੇਰਾ ਰਿਜ਼ਲਟ ਕਿੱਥੇ ਨਿਕਲਣਾ ਹੈ? ਅਸੀਂ ਆਪਣੇ ਮਨ ਤੇ ਸੁਰਤ ਕਰਕੇ ਇਸ ਸਮੇਂ ਨੂੰ ਕਿਵੇਂ ਮਾਣਿਆ, ਕਿਵੇਂ ਇੰਜੋਏ ਕੀਤਾ।
कि असी सैटिस्फाई हाँ, कि असी संतुष्ट हाँ जिंदगी के सारे टाइम टेबल तो, सारी दौड़ भज, सारी मेहनत मशक्कत तो खुश हाँ, आनंद हाँ, सहज विच हाँ, टिका विच हाँ, जीवन का आनंद पा रहे हाँ? नहीं पा रहे तो फिर इसका मतलब तू फेल है। तेरी दौड़ भज चों भी कुछ नहीं निकलिया, तेरी सारी रूटीन ही जाया हो गई, व्यर्थ चली गई, क्योंकि तू केवल कोलू दे बैल वांग गिड़ना सीखिया, पाउणा कुछ नहीं सीखिया। तू भार चुकने सीखे ने, विचों उन्होंने आनंद ते सुकून कोई नहीं पाया। तू जीवन नू जीवन वांग नहीं, तू जीवन नू सजा वांग भोगया। तू नहीं कह सकदा मानस जन्म दुलभ है। सो इस भाव विच कहंदे ने लेखा रब मंगेसिया। जे परमेश्वर रब सच्चा परमेश्वर तो इथों लेखा हिसाब मंगे भी आ जिहड़ा तेरा समय तू की कढ़े, की रिजल्ट है तेरा, तू की कहना चाहुंदा है, तू आहो किहड़े काम, तू किहड़े काम आया संसार च, कर की रहे तू? तेरा काम दुनिया नू लुटना है? तेरा काम संसार के लोगों को अगे वधदियां वेख के ईर्खा करना है? कि तेरा काम नफरतां पैदा? नहीं, ये तेरा काम नहीं है। तू इंसान है, इंसाना वांग रह, जिसने तेनू सिरजा उहदी इबादत कर, ताकि अपने समय नू सफला करके तू कह सके मैं अपनी जिंदगी नू अजाई नहीं गवाया, सफल सफल भई सफल यात्रा, आमन जान रहे मिले सादा। तो बख्शिश करते हैं अगले श्लोक विच, फरीदा दर दर वाजै जाए कै क्यों डिठो घड़ियाल, एह निर्दोषां मारिए हम दोषां दा क्या हाल। पुराने समयां विच समां दसन लई घड़ियाल लगे हुंदे सन, जां पाइयां हुंदियां सन, एक पासियों भर जांदी ते उहनूं दूजे पासे नूं उल्टा लिया जांदा, रेत वाली। कुछ पानी वालियां पाइयां जिहदा जिक्र बाणी च न, को रहै न भरीए पाइए, जिहदे संखिप्त संखेप सिद्धे स्पष्ट अर्थ करने होने का मतलब जिहदा समा पूरा हो जाए। पाई भर जानी ते दा मतलब उन्होंने फिर खाली करना, वो फिर हौली 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 एक एक बूंद नाल भरनी। इस तरह लोग गिणदे सन, लकीरां मार के दिन गिणदे सन। चंद्रमा दे उतरा चढ़ा तो समय ते तरीकां कटियां जांदियां सन। सूरज के बनेरियां दे जां चीज़ां दे परछावें तो लोग रुत्तां दा महीनियां दा हिसाब लाउंदे सन। अज वांग नहीं सी कि तुहाडा मोबाइल, तुहाडी घड़ी, तुहाडे कंध ते लग्या क्लॉक, किन्नियां चीज़ां ने अज साडे कोल समय नूं समझण लई, रुत्तां महीनियां हर समय की काउंटिंग ते गिणती समझण लई ते वेखण लई किन्ना कुछ अज साडे कोल। पर जदों ये सारा कुछ नहीं सी, अंदाज़ा ला के वेखो, उन्हां समयां दे विच हर पैर दे उत्ते घड़ियाल वजदे सन ते वड्डियां हवेलियां दे विच जिहड़े नौकर हुंदे वड्डे घराणियां च, वो घड़ियाल उहदी फिर दूर तक आवाज़ जांदी ते लोकां नूं पता लग जांदा सी किन्ने चिर बाद घड़ियाल वजदा है। उन्हां निश्चित कीता हुंदा सी। वो घड़ियां दे हिसाब नाल, बाणी चों आपां रोज़ पढ़दे ना सोहले दी बाणी, बेसोए चस्सियां घड़ियां पहरा थित्ती वारी माह हुआ, ये सारियां समय दीयां इकाइयां ने, छोटी तो छोटी, छोटी तो छोटी, फिर वड्डी तो वड्डी। तो इसनूं महाराज ने उदाहरण वत वरते बाबा शेख फरीद साहब ने। दार दरवाजा है किसी अमीर दे, किसी वड्डे राजे आदक जां किसी चौधरी आदक जां वड्डे कोई सांझी थां उत्थे, जां पुराने समय सरावां च भी लगे हुंदे सन। दर दरवाजा जाए कह क्यों डिठो घड़ियाल, की क्यों दा मतलब की तू कदे घड़ियाल वेख्या जिहड़ा दरवाजे ते लगा होया? यह निर्दोषा मारी है। जदों समा पूरा हो जाता है ना, वजाउण वाले नूं पता भी इन्ना समा हो गया, फिर उहदे ते चोट मारदा ते दूर तक उहदी आवाज़ जांदी। ये तो निर्दोष है, इहदा कसूर कोई नहीं, बस इहदी इनू इसलिए वरत्या जा रहा भी जदों समा पूरा हो जाए तो ये सट वजे, तो उस वेले आवाज़ करे तो दूर तक आवाज़ जाए। उदाहरण उस घड़ियाल की दिती है जिहड़ा ऐन समा आउण दे उत्ते उत्ते सट मारी जाती है तो आवाज़ कढ़दा है। बाबा जी आखदे ने ये तां निर्दोष है,
ਨਿਰਦੋਸ਼, ਇਹਨੇ ਕੋਈ ਗੁਨਾਹ ਨਹੀਂ ਕੀਤਾ। ਇਹ ਤਾਂ ਮਹਿਜ਼ ਇੱਕ ਦੂਜਿਆਂ ਨੂੰ ਲਈ ਅਲਾਰਮ ਹੈ, ਦੂਜਿਆਂ ਲਈ ਇੱਕ ਕੇਵਲ ਸੰਕੇਤ ਹੈ। ਇਹਦੀ ਆਵਾਜ਼ ਕੰਨਾਂ ਤੱਕ ਪਹੁੰਚੇਗੀ, ਲੋਕਾਂ ਨੂੰ ਪਤਾ ਲੱਗੇਗਾ ਵੀ ਇੰਨਾ ਸਮਾਂ ਹੋ ਗਿਆ। ਪਰ ਇਹਦੀ ਉਦਾਹਰਣ ਵਰਤ ਕੇ ਕਹਿੰਦੇ ਨੇ ਹਮ ਦੋਸ਼ਾਂ ਦਾ ਕਿਆ ਹਾਲ। ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਵਕਾਰ ਭੋਗਦੇ ਹਾਂ। ਤੇ ਜਦੋਂ ਫਿਰ ਵਕਾਰ ਆਪਣਾ ਕੰਮ ਕਰਕੇ ਨਿਕਲ ਜਾਂਦੇ ਹਨ, ਫਿਰ ਜਦੋਂ ਸਜ਼ਾ ਦਾ ਵਕਤ ਆ ਜਾਂਦਾ ਹੈ, ਫਿਰ ਜਿਹੜੀਆਂ ਸਾਡੀਆਂ ਚੀਕਾਂ ਨਿਕਲਦੀਆਂ ਹਨ, ਸਾਡਾ ਦੁੱਖ ਜਿਹੜਾ ਪ੍ਰਗਟ ਹੁੰਦਾ ਹੈ, ਜੋ ਸਾਡੇ ਅੰਦਰ ਵਿੱਚ ਕੁਰਲਾਹਟ ਮੱਚਦੀ ਹੈ, ਉਹ ਇਸ ਘੜਿਆਲ ਨੂੰ ਮਾਤ ਪਾਉਂਦੀ ਹੈ। ਉਹ ਹੁੰਦੀ ਬਹੁਤ ਉੱਚੀ ਹੈ, ਪਰ ਕਿਸੇ ਨੂੰ ਸੁਣਦੀ ਨਹੀਂ ਛੇਤੀ। ਉਹਨੂੰ ਮਹਾਰਾਜ ਕਹਿੰਦੇ ਨੇ ਬਾਣੀ 'ਚ, ਅੰਤਰ ਚਿੰਤਾ ਨੈਣੀ ਸੁਖੀ। ਅਸੀਂ ਕਿਸੇ ਨੂੰ ਗੈਸ ਕਰਦੇ ਹਾਂ ਕਾਹਦੇ ਨਾਲ? ਵੱਡੀ ਗੱਡੀ 'ਚ ਆਉਂਦਾ ਹੈ, ਸੋਹਣੇ ਕੱਪੜੇ ਪਾਉਂਦਾ ਹੈ, ਵੇਖੋ ਇਹ ਬੰਦਾ ਕਿੰਨਾ ਅਮੀਰ ਹੈ, ਵੱਡੇ ਘਰ 'ਚ ਰਹਿੰਦਾ, ਬੜਾ ਸੁਖੀ ਹੋਣਾ ਹੈ। ਬਸ ਸਾਡੇ ਸੁੱਖ ਦੇ 5-6 ਪੈਮਾਨੇ ਨੇ। ਅਸੀਂ ਕਹਿੰਦੇ ਇਹ ਬੜਾ ਜ਼ਿੰਦਗੀ ਲਾਈਫ ਦੇ ਵਿੱਚ ਬੜਾ ਸੈੱਟ ਹੈ। ਇਹਨਾਂ ਨਹੀਂ ਪਤਾ ਵੀ ਕਿੰਨਾ ਉਖੜਿਆ ਹੋਇਆ ਹੈ, ਅਸੀਂ ਥੋੜ੍ਹਾ ਜਾਣਦੇ ਹਾਂ। ਉਹ ਅੰਦਰੋਂ ਕੀ ਭੋਗ ਰਿਹਾ, ਉਹ ਕਿੱਥੇ ਖੜਾ ਹੈ, ਉਹਦੀ ਜ਼ਿੰਦਗੀ ਦਾ ਮਿਆਰ ਕਿਹੋ ਜਿਹਾ ਬਣ ਚੁੱਕਿਆ। ਅਸੀਂ ਆਪਣੇ ਹਿਸਾਬ, ਜੋ ਸਾਡੇ ਕੋਲ ਨਹੀਂ ਹੁੰਦਾ ਨਾ, ਅਸੀਂ ਦੂਜੇ ਵੱਲ ਵੇਖ ਕੇ ਅੰਦਾਜ਼ਾ ਲਾਉਂਦੇ ਸੁਖੀ ਹੋਣਾ ਹੈ, ਕਿਉਂਕਿ ਮੇਰੇ ਕੋਲ ਨਹੀਂ, ਮੈਂ ਤਾਂ ਦੁਖੀ ਹਾਂ, ਇਹਦੇ ਕੋਲ ਹੈਗਾ, ਇਹ ਸੁਖੀ ਹੈ। ਤਾਂ ਅਸੀਂ ਆਪਣੀ ਆਪਣੀ ਕਸਵੱਟੀ ਨਾਲ ਇੱਕ ਦੂਜੇ ਨੂੰ ਪਰਖਦੇ ਨਹੀਂ। ਗੁਰੂ ਸਾਹਿਬ ਕਹਿੰਦੇ ਐਸਾ ਨਹੀਂ ਹੈ। ਪਦਾਰਥ ਵੱਧ ਘੱਟ ਹਰ ਬੰਦੇ ਕੋਲ, ਕਦੇ ਵੱਧ ਹੁੰਦੇ ਕਦੇ ਘੱਟ ਹੁੰਦੇ ਨੇ, ਕਿਸੇ ਕੋਲ ਕਦੇ ਜ਼ਿਆਦਾ ਹੁੰਦੇ ਫਿਰ ਘਟ ਜਾਂਦੇ ਨੇ, ਕਿਸੇ ਕੋਲ ਘੱਟ ਨੇ ਵੱਧ ਜਾਂਦੇ। ਇਹ ਕੋਈ ਮਸਲਾ ਨਹੀਂ। ਤੁਸੀਂ ਨਹੀਂ ਜਾਣਦੇ ਉਹ ਬੰਦਾ ਅੰਦਰ ਕੀ ਕੁਝ ਲੁਕੋਈ ਬੈਠਾ ਹੈ, ਕਿੰਨੀਆਂ ਤਕਲੀਫਾਂ, ਕਿੰਨੇ ਦੁੱਖ, ਕਿੰਨੇ ਦਰਦ, ਕਿੰਨੀਆਂ ਪੀੜਾਂ, ਉਹਦੀ ਮਾਨਸਿਕ ਬਣਤਰ ਕਿਹੋ ਜਿਹੀ ਹੈ, ਤੁਹਾਨੂੰ ਉਹਦੀ ਖਬਰ ਨਹੀਂ। ਇਸ ਕਰਕੇ ਇਵੇਂ ਗੈਸ ਨਾ ਕਰੋ ਕਿਸੇ ਨੂੰ। ਤੁਸੀਂ ਉਹਦੇ ਨਾਲ ਹੰਡੇ ਨਹੀਂ, ਤੁਸੀਂ ਨਹੀਂ ਜਾਣਦੇ ਉਹਦੇ ਵਿੱਚ ਜੀਵਨ 'ਚ ਕੀ ਹੈ। ਇਸ ਲਈ ਬਹੁਤਾ ਸਮਾਂ ਜੋ ਦੂਜਿਆਂ ਨੂੰ ਗੈਸ ਕਰਨ ਤੇ ਲਾਉਂਦੇ ਹੋ, ਅੰਦਾਜ਼ੇ ਲਾਉਣ ਤੇ ਲਾਉਂਦੇ ਹੋ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੀਵਨ ਬਹੁਤ ਸੁਖੀ ਹੋਏਗਾ। ਦੂਜਿਆਂ ਬਾਰੇ ਬਹੁਤੇ ਅੰਦਾਜ਼ੇ ਸਾਡੇ ਗਲਤ ਹੁੰਦੇ ਨੇ, ਤੇ ਗਲਤ ਅੰਦਾਜ਼ਿਆਂ ਦੇ ਸਿਰ ਤੇ ਅਸੀਂ ਆਪਣੇ ਜੀਵਨ ਨੂੰ ਜੀਣ ਦਾ ਢੰਗ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜਿੱਥੇ ਫਾਰਮੂਲਾ ਗਲਤ ਹੋਏਗਾ, ਆਨਸਰ ਕਿਹੋ ਜਿਹਾ ਨਿਕਲੇਗਾ। ਤੋ ਗੁਰੂ ਪਾਤਸ਼ਾਹ ਨੇ ਬਾਣੀ 'ਚ ਕਿਹਾ, ਇਹ ਨਿਰਦੋਸ਼ਾਂ ਮਾਰੀ ਹੈ ਹਮ ਦੋਸ਼ਾਂ। ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਵਕਾਰ, ਕ੍ਰੋਧ ਹੰਢਾਇਆ ਅਸੀਂ, ਕ੍ਰੋਧ ਵਿੱਚ ਕੰਮ ਕੀਤਾ ਅਸੀਂ, ਕ੍ਰੋਧ ਨੂੰ ਮਾਣਿਆ ਅਸੀਂ। ਹੁਣ ਜਦੋਂ ਰਿਜ਼ਲਟ ਆਉਣਾ ਕ੍ਰੋਧ ਦਾ, ਤੇ ਤਕਲੀਫ ਕਿਹਨੂੰ ਹੋਣੀ ਹੈ? ਸਾਨੂੰ। ਈਰਖਾ ਹੰਢਾਈ ਅਸੀਂ, ਉਹਦਾ ਰਿਜ਼ਲਟ ਕਿਹਨੂੰ ਮਿਲਣਾ ਹੈ? ਸਾਨੂੰ। ਸਾਡਾ ਦੋਸ਼ੀਆਂ ਦਾ ਕੀ ਹਾਲ ਹੋਏਗਾ? ਸਾਡੇ ਦੁੱਖਾਂ ਦੀ ਆਵਾਜ਼ ਕਿੰਨੀ ਉੱਚੀ ਹੋਏਗੀ? ਤੂੰ ਅੱਗੇ ਆਖਦੇ ਨੇ, ਘੜੀਏ ਘੜੀਏ ਮਾਰੀਐ ਪਹਿਰੀ ਲਹੈ ਸਜਾਏ, ਸੋਹੇੜਾ ਕੜੀਆਲ ਜਿਉ ਦੁਖੀ ਰਹਿਣ ਵਿਹਾਏ। ਹਰ ਘੜੀ ਬਾਅਦ 12 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ, ਔਰ ਇੱਕ ਘੜੀ ਬਾਅਦ ਉਹ ਘੜੀਆਲ ਵੱਜਦਾ ਸੀ। ਇੱਕ ਘੜੀ ਬਾਅਦ, ਤਕਰੀਬਨ ਅੱਜ ਦੇ ਅਜੋਕੇ 12 ਮਿੰਟਾਂ ਬਾਅਦ। ਤੇ ਫਿਰ ਪਹਿਰ ਬਾਅਦ ਵੀ ਉਸਨੇ ਵੱਜਣਾ। ਜਦੋਂ ਇੱਕ ਪਹਿਰ ਹੋ ਜਾਣਾ, ਆਪਾਂ ਕਹਿੰਦੇ ਨਾ 8 ਪਹਿਰ, ਦਿਨ ਦੇ 8 ਪਹਿਰ, ਰਾਤ ਦੇ 16 ਪਹਿਰ। ਪੁਰਾਣੇ ਸਮੇਂ ਪਹਿਰ ਦੇ ਹਿਸਾਬ ਨਾਲ ਕੰਮ ਚੱਲਦਾ ਸੀ। ਘੜੀਆਂ ਦੀ ਛੋਟੀ ਇਕਾਈ ਵੀ ਲੋਕਾਂ ਨੂੰ ਬਹੁਤੀ ਪਤਾ ਨਹੀਂ ਸੀ। ਦਰਅਸਲ ਉਹ ਲੋਕ ਕੁਦਰਤੀ ਵਰਤਾਰੇ ਨਾਲ ਜੁੜੇ ਸਨ, ਉਹ ਰੁੱਖਾਂ ਨਾਲ ਜੁੜੇ ਸਨ, ਜ਼ਮੀਨ ਨਾਲ ਜੁੜੇ ਸਨ, ਅਸਮਾਨ ਦੀ ਗ੍ਰਹਿਆਂ ਦੀ ਚਾਲ ਨਾਲ ਜੁੜੇ ਸਨ। ਸੂਰਜ ਦਾ ਚੜ੍ਹਨਾ ਉਹਨਾਂ ਨੂੰ ਪਤਾ ਸੀ, ਇੰਨੇ ਕੁ ਵਜੇ ਸੂਰਜ ਚੜ੍ਹਨਾ ਇਸ ਰੁੱਤ ਵਿੱਚ। ਸਾਨੂੰ ਤਾਂ ਹੁਣ ਪਤਾ ਹੀ ਨਹੀਂ ਨਾ ਲੱਗਦਾ ਵੀ ਅਸਮਾਨ 'ਚ ਤਾਰੇ ਵੀ ਹੁੰਦੇ ਨੇ, ਚੰਦਰਮਾ ਵੀ ਚੜ੍ਹਦਾ, ਸੂਰਜ ਕਿੰਨੇ ਵਜੇ ਚੜ੍ਹਿਆ, ਕਿੰਨੇ ਵਜੇ ਅਸਤ। ਕਿਉਂਕਿ ਸਾਡਾ ਹੁਣ ਬਹੁਤਾ ਵਾਹ ਜਿਹੜਾ ਹੈ ਉਹ ਇਸ ਨੈਚੁਰਲ ਜੋ ਕੁਝ ਵਾਪਰੇ ਉਹਦੇ ਨਾਲ ਬਹੁਤ ਘੱਟ ਹੈ, ਆਰਟੀਫਿਸ਼ਲ ਹੈ। ਹੁਣ ਤੇ ਵੇਖਿਆ ਗਿਆ ਵੀ ਛੱਤ ਨੂੰ ਨਾ ਉਹ ਜਿਹੜੀਆਂ ਚਮਕਣ ਵਾਲੀਆਂ ਰੇਡੀਅਮਜ਼ੇ ਦੇ ਤਾਰੇ ਤੇ ਚੰਦਰਮਾ ਤੇ ਉਹ ਜਿਹੜੀਆਂ ਸਾਰੀਆਂ ਅਸੀਂ ਛੱਤ ਨੂੰ ਚਮਕਾਈਆਂ ਹੋਈਆਂ ਨੇ, ਵੀ ਸੁੱਤੇ ਹੋਈਏ ਤੇ ਐਵੇਂ ਲੱਗੇ ਵੀ ਜਿਵੇਂ ਅਸਮਾਨ ਥੱਲੇ ਪਏ ਆ। ਅਹਿਸਾਸ ਅਸੀਂ ਉਹ ਲੈਣਾ ਚਾਹੁੰਦੇ ਹਾਂ। ਉਹ ਜਦੋਂ ਕਮਰੇ ਦੀ ਲਾਈਟ ਆਫ ਹੋ ਜਾਂਦੀ, ਬੰਦ ਹੋ ਜਾਂਦੀ ਹੈ, ਤੇ ਉਹ
ਚੰਦਰਮਾ ਜਿਹੜਾ ਨਕਲੀ ਲਾਇਆ ਛੱਤ ਤੇ, ਤਾਰੇ ਲਾਏ ਨੇ ਹੋਰ, ਉਹ ਚਮਕਦੇ ਨੇ ਤੇ ਰਾਤ ਨੂੰ ਐਵੇਂ ਲੱਗਦਾ ਜਿਵੇਂ ਅਸਮਾਨ 'ਚ ਕੋਠੇ ਤੇ ਸੁੱਤੇ ਹੋਏ ਛੱਤ ਤੇ। ਪੁਰਾਣੇ ਲੋਕਾਂ ਵਾਸਤੇ ਤਾਰਿਆਂ ਦੀ ਲੋ ਬੜੇ ਮਾਇਨੇ ਰੱਖਦੀ ਸੀ। ਉਹਨਾਂ ਵਾਸਤੇ ਚੰਦਰਮਾ ਦਾ ਵਾਧਾ ਘਾਟਾ ਉਹਨਾਂ ਦੇ ਲਈ ਬੜਾ ਮਾਇਨੇ ਰੱਖਦਾ ਸੀ। ਇੱਥੋਂ ਹੀ ਉਹ ਸਮੇਂ ਮਿਣਦੇ ਸਨ, ਜਿਹਨੂੰ ਤੁਸੀਂ ਵਦੀ ਸੁਦੀ ਕਹਿੰਦੇ। 15 ਦਿਨ ਬਾਅਦ ਮੱਸਿਆ ਤੋਂ ਪੂਰਨਮਾਸ਼ੀ ਆਉਂਦੀ ਹੈ। ਪੂਰਨਮਾਸ਼ੀ ਤੋਂ ਠੀਕ 15 ਦਿਨ ਬਾਅਦ ਮੱਸਿਆ ਆਉਂਦੀ। ਇਹਨਾਂ ਦੋ ਹਿੱਸਿਆਂ ਨੂੰ ਚਾਨਣਾ ਪੱਖ ਤੇ ਹਨੇਰਾ ਪੱਖ ਕਿਹਾ ਜਾਂਦਾ ਹੈ, ਸੁਦੀ ਵਦੀ ਕਿਹਾ ਜਾਂਦਾ। ਹੋਰ ਵੇਖੋ, ਪੂਰਨਮਾਸ਼ੀ ਵਾਲੇ ਦਿਨ ਪੂਰਨਮਾ ਪੂਰਿਓ ਚੰਦ ਆਕਾਸ਼, ਆਸਮਾਨ ਵਿੱਚ ਆਕਾਸ਼ ਵਿੱਚ ਚੰਦਰਮਾ ਐਨ ਪੂਰਾ ਹੁੰਦਾ, ਚਾਨਣੀ ਰਾਤ ਉਹਨੂੰ ਕਹਿੰਦੇ ਨੇ। ਫਿਰ ਉਸ ਤੋਂ ਅਗਲੀ ਤਰੀਕ ਨੂੰ, ਅਗਲੇ ਦਿਨ ਥੋੜਾ ਜਿਹਾ ਘਟੇਗਾ, ਘਟਦਿਆਂ ਠੀਕ 15 ਦਿਨ ਬਾਅਦ ਉਹਨੇ ਮੱਸਿਆ ਵਾਲੀ ਕਾਲੀ ਬੋੜੀ ਰਾਤ, ਜਿਹਨੂੰ ਆਪਾਂ ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਚੜਿਆ। ਮਹਾਰਾਜ ਨੇ ਪ੍ਰਤੀਕ ਵੀ ਐਸੇ ਵਰਤੇ। ਫਿਰ ਚੰਦਰਮਾ ਵਧਣ ਲੱਗਦਾ ਤੇ ਪੂਰਨਮਾਸ਼ੀ ਤੱਕ ਫਿਰ ਪੂਰਾ ਹੋ ਜਾਂਦਾ। ਇਵੇਂ ਲੋਕ ਚਾਨਣੇ ਹਨੇਰੇ ਪੱਖ ਦੇ ਹਿਸਾਬ ਨਾਲ ਤਰੀਕਾਂ ਵੇਖ ਲੈਂਦੇ ਸਨ। ਸੂਰਜ ਤੋਂ ਰੁੱਤਾਂ, ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ ਵੀ ਪਰਛਾਵਾਂ ਇੱਕ ਵਾਰ ਵਧਣਾ ਗਰਮੀਆਂ ਦੇ ਦਿਨਾਂ ਤੱਕ ਐਨ ਪੂਰਾ ਵੱਧ ਕੇ ਫਿਰ ਘਟ, ਜਦੋਂ ਪਰਛਾਵੇਂ ਘਟਣੇ ਸ਼ੁਰੂ ਹੋ ਗਏ ਇਹਨੂੰ ਕਹਿੰਦੇ ਸਨ ਰੱਥ ਫਿਰ ਗਿਆ, ਦਿਨ ਫਿਰ ਗਏ, ਰੁੱਤ ਬਦਲ ਗਈ ਹੈ, ਦਿਨ ਛੋਟੇ ਹੋਣੇ ਸ਼ੁਰੂ ਹੋ ਗਏ। ਤੋ ਇਹ ਜਿਹੜੀਆਂ ਰੁੱਖਾਂ ਤੇ ਕਰੂੰਬਲੀਆਂ ਕਦੋਂ ਫੁੱਟਦੀਆਂ ਨੇ, ਬਾਹਰ ਜੰਗਲਾਂ ਬੀਆਬਾਨਾਂ ਖੇਤਾਂ ਖਲਿਆਨਾਂ ਦੇ ਵਿੱਚ ਕਿਹੜੀ ਬੂਟੀ ਕਿਹੜੀ ਰੁੱਤ 'ਚ ਪੈਦਾ ਹੁੰਦੀ ਹੈ, ਕਿਹੜੇ ਫੁੱਲ ਕਦੋਂ ਖਿੜਦੇ ਨੇ, ਕਿਹੜਾ ਫਲ ਕਿਹੜੀ ਰੁੱਤ 'ਚ ਲੱਗਣਾ ਹੈ, ਹਰ ਚੀਜ਼ ਆਮ ਸਧਾਰਨ ਲੋਕ ਜਿਹੜੇ ਸਨ ਉਹਨਾਂ ਦੀ ਪਕੜ ਵਿੱਚ ਸੀ, ਕਿਉਂਕਿ ਇਹਨਾਂ ਚੀਜ਼ਾਂ ਨਾਲੋਂ ਨਾਰਮਲੀ ਸੁਭਾਵਿਕ ਤਰੀਕੇ ਨਾਲ ਜੁੜੇ ਹੋਏ ਸਨ। ਤੋ ਗੁਰੂ ਪਾਤਸ਼ਾਹ ਜੀ ਨੇ ਉਸ ਉਦਾਹਰਣ ਨੂੰ ਵਰਤਿਆ, ਘੜੀਏ ਹਰ ਘੜੀ ਬਾਅਦ ਪਹਿਰੀ, ਘੜੀਏ ਮਾਰੀਐ ਪਹਿਰੀ ਲਹਿ ਸਜਾਏ। ਹਰ ਘੜੀ ਬਾਅਦ ਉਹਨੂੰ ਵਜਾਇਆ ਜਾਂਦਾ ਹੈ, ਹਰ ਪਹਿਰ ਬਾਅਦ ਉਹਨੂੰ ਵਜਾਇਆ ਜਾਂਦਾ ਹੈ, ਤੇ ਉਹ ਵਿਚਾਰਾ ਘੜਿਆਲ ਐਵੇਂ ਸਜ਼ਾ ਭੋਗਦਾ, ਕੁੱਟ ਸਹਿੰਦਾ, ਮਾਰ ਸਹਿੰਦਾ, ਚੋਟਾਂ ਸਹਿੰਦਾ। ਸੋ ਹੇੜਾ ਘੜਿਆਲ ਜਿਉਂ, ਕਹਿੰਦੇ ਆ ਜਿਹੜਾ ਹੇੜਾ ਸਰੀਰ ਹੈ ਨਾ, ਇਹ ਵੀ ਘੜਿਆਲ ਵਰਗਾ ਹੀ ਹੈ। ਇਹਦੀ ਸਾਂਝ ਬਣ ਗਈ ਹੈ ਵਕਾਰ, ਔਗਣ, ਪਾਪ, ਮੰਦੇ ਅਮਲ, ਭੈੜੇ ਕਰਮ, ਗੁਨਾਹਾਂ ਦੇ ਨਾਲ। ਤੇ ਇਹ ਹੁਣ ਸਾਂਝ ਉਹਨਾਂ ਨਾਲ ਪਾ ਬੈਠਾ ਹੈ। ਕਦੀ ਕੋਈ ਵਿਕਾਰ ਇਹਦੇ ਤੇ ਹਾਵੀ ਹੁੰਦਾ ਹੈ, ਕਦੀ ਕੋਈ ਔਗਣ ਹਾਵੀ ਹੁੰਦਾ ਹੈ, ਕਦੇ ਕੋਈ ਚਸਕਾ ਹਾਵੀ ਹੁੰਦਾ ਹੈ, ਕਦੇ ਇਹ ਸਰੀਰ ਕਿਸੇ ਚਸਕੇ ਨੂੰ ਪੂਰਾ ਕਰਦਾ ਹੈ, ਕ੍ਰੋਧ ਛੱਡਦਾ ਹੈ ਤੇ ਹਉਮੈ ਚਲਾ ਜਾਂਦਾ ਹੈ, ਹਉਮੈ ਛੱਡਦਾ ਹੈ ਈਰਖਾ ਚਲਾ ਜਾਂਦਾ ਹੈ, ਈਰਖਾ ਛੱਡਦਾ ਹੈ ਕਾਮਗ੍ਰਸਤ ਹੋ ਜਾਂਦਾ ਹੈ। ਹਰ ਵਿਕਾਰ ਇਹਨੂੰ ਬਾਰ-ਬਾਰ ਪਹਿਰੀ ਲਹਿ ਸਜਾਏ, ਘੜੀ ਪਹਿਰੀ, ਯਾਨੀ ਕਿ ਕੰਟੀਨਿਊ ਲਗਾਤਾਰ ਇਹ ਸਰੀਰ ਵੀ ਜਿਹੜਾ ਹੈ, ਇਹ ਜੀਵਨ ਵੀ ਜਿਹੜਾ ਹੈ, ਵਿਕਾਰਾਂ ਤੇ ਔਗਣਾਂ ਦੀ ਸੱਟ ਤੇ ਚੋਟ ਸਹਿੰਦਾ ਹੈ। ਦੁਖੀ ਰਹਿਣ ਵਿਹਾਏ, ਜ਼ਿੰਦਗੀ ਰੂਪੀ ਰਾਤ ਇਹਦੀ ਇਹਨਾਂ ਆਤਮਿਕ ਮਾਨਸਿਕ ਤਕਲੀਫਾਂ ਵਿੱਚ ਹੀ ਗੁਜ਼ਰ ਰਹੀ ਹੈ। ਇਹ ਵੀ ਲਗਾਤਾਰ ਸਜ਼ਾਵਾਂ ਸਹਿ ਰਿਹਾ ਹੈ, ਜਿਸ ਦਾ ਅਹਿਸਾਸ ਮਨੁੱਖ ਛੇਤੀ ਕੀਤਿਆਂ ਆਪਣੇ ਜੀਵਨ ਵਿੱਚ ਨਹੀਂ ਕਰ ਰਿਹਾ। ਸਤਿਗੁਰੂ ਮਹਾਰਾਜ ਮਿਹਰ ਕਰਨ, ਜੋ ਸ਼ਲੋਕਾਂ ਦਾ ਉਪਦੇਸ਼ ਹੈ ਉਹ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।